ਭ੍ਰਿਸ਼ਟਾਚਾਰੀਆਂ ਨੂੰ ਸੀਐਮ ਮਾਨ ਦਾ ਸਖਤ ਸੁਨੇਹਾ, ਕਿਹਾ ਸਬਰ ਰੱਖੋ, ਸਭ ਆਵੇਗੀ ਸਾਰਿਆਂ ਦੀ ਵਾਰੀ। 1-1 ਰੁਪਏ ਦਾ ਹੋਵੇਗਾ ਹਿਸਾਬ, ਲੁੱਟ ਦਾ ਪੈਸਾ ਲੈ ਕੇ ਆਵਾਂਗੇ ਖਜ਼ਾਨੇ 'ਚ। ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਵਿੱਚ 3910 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ, ਬੱਚਿਆਂ ਦੇ ਨਾਲ ਕੀਤਾ ਵਾਅਦਾ, ਕਿਹਾ ਹੁਣ ਟਾਟ ਦੇ ਉੱਤੇ ਨਹੀਂ ਬੈਠਣਗੇ ਬੱਚੇ, 1 ਸਾਲ ਦੇ ਅੰਦਰ ਹਰ ਸਕੂਲ ਨੂੰ ਮਿਲਣਗੇ ਡੈਸਕ। ਐਸਵਾਈਐਲ ਤੇ ਸੀਐਮ ਮਾਨ ਦਾ ਵੱਡਾ ਬਿਆਨ, ਬੋਲੇ ਸਾਡੇ ਕੋਲ ਕਿਸੇ ਨੂੰ ਦੇਣ ਦੇ ਲਈ ਪਾਣੀ ਨਹੀਂ, ਹੁਣ ਤਾਂ ਸਾਡੀਆਂ ਅੱਖਾਂ ਦੇ ਵਿੱਚੋਂ ਵੀ ਖਤਮ ਹੋ ਗਿਆ ਪਾਣੀ, ਸਿਰਫ ਸਾਡੇ ਨਾਮ ਤੇ ਹੀ ਰਹਿ ਗਿਆ 5 ਆਬ। ਐਸਵਾਈਐਲ ਵਿਵਾਦ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ, ਕਿਹਾ ਪਾਣੀਆਂ ਤੇ ਸੂਬਿਆਂ ਦੇ ਵਿਚਾਲੇ ਸਹਿਯੋਗ ਤੇ ਤਾਲਮੇਲ ਹੋਣਾ ਜ਼ਰੂਰੀ, ਇਕੱਲੀ ਸਰਕਾਰ ਦੇ ਯਤਨਾਂ ਦੇ ਨਾਲ ਕੁਝ ਨਹੀਂ ਹੋ ਸਕਦਾ। ਹੁਸ਼ਿਆਰਪੁਰ ਦੇ ਇੱਕ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲਾ, ਅੱਧੀ ਰਾਤ ਨੂੰ 2 ਬਦਮਾਸ਼ਾਂ ਨੇ ਘਰ ਦੇ ਵਿੱਚ ਸੁੱਟਿਆ ਪੈਟਰੋਲ ਬੰਬ, ਸੀਸੀਟੀਵੀ 'ਚ ਕੈਦ ਹੋਈ ਪੂਰੀ ਘਟਨਾ। ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਤੇ ਨਰਸਾਂ ਦੇ ਵੱਲੋਂ ਹੜਤਾਲ, ਕੰਮਕਾਜ ਠੱਪ, ਮਰੀਜ਼ ਹੋ ਰਹੇ ਪਰੇਸ਼ਾਨ, ਮ੍ਰਿਤਕ ਦੀ ਲਾਸ਼ ਬਦਲੇ ਜਾਣ ਤੇ ਲੋਕਾਂ ਨੇ ਜੰਮ ਕੇ ਕੀਤੀ ਭੰਨਤੋੜ। ਪੰਜਾਬ ਦੇ ਵਿੱਚ ਕਿਸਾਨਾਂ ਨੇ ਕਈ ਥਾਵਾਂ ਦੇ ਉੱਤੇ 3 ਘੰਟੇ ਲਈ ਟੋਲ ਪਲਾਜ਼ੇ ਕੀਤੇ ਫ੍ਰੀ, ਕੇਂਦਰ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ, ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ। ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ, ਪਰਿਵਾਰ ਸਾਹਮਣੇ ਟੇਕਿਆ ਮੱਥਾ, ਜੋੜਾ ਘਰ ਦੇ ਵਿੱਚ ਵੀ ਨਿਭਾਈ ਸੇਵਾ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਲੁਧਿਆਣਾ ਤੋਂ। ਹਸਪਤਾਲ ਦੇ ਬਾਹਰ ਜੇਕਰ ਧਰਨਾ ਪ੍ਰਦਰਸ਼ਨ ਹੋ ਰਿਹਾ ਹੋਵੇ ਤੇ ਹਸਪਤਾਲ ਦੇ ਮੁਲਾਜ਼ਮ ਪਰੇਸ਼ਾਨ ਨਜ਼ਰ ਆ ਰਹੇ ਹੋਣ, ਮੁੱਦਾ ਹੋਵੇ ਇੱਕ ਪਰਿਵਾਰ ਦੇ ਇੱਕ ਸ਼ਖਸ ਦੀ ਮੌਤ ਦਾ, ਹੰਗਾਮੇ ਦੇ ਵਿਚਾਲੇ ਜਦੋਂ ਲੋਕ ਖੱਜਲ ਖੁਆਰ ਹੋਏ ਹੋਣ, ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ, ਫਿਰ ਫਰਕ ਤਾਂ ਪੈਂਦਾ ਹੈ। ਸ਼ੁਰੂਆਤ ਅੱਜ ਲੁਧਿਆਣਾ ਤੋਂ ਕਰਨ ਜਾ ਰਹੇ ਹਾਂ। ਲੁਧਿਆਣਾ ਦਾ ਸਿਵਲ ਹਸਪਤਾਲ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਹੈ। ਇਲਜ਼ਾਮ ਲੱਗੇ ਨੇ ਕਿ ਇੱਕ ਨੌਜਵਾਨ ਦੀ ਲਾਸ਼ ਨੂੰ ਵੇਚ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਦੇ ਵਿੱਚ ਹੰਗਾਮਾ ਕੀਤਾ। ਤੇ ਇਹ ਹੰਗਾਮਾ ਹਸਪਤਾਲ ਦੇ ਅੰਦਰ ਟੁੱਟਿਆ ਕੱਚ, ਟੁੱਟੇ ਸ਼ੀਸ਼ੇ, ਕੁਰਸੀਆਂ ਦੀ ਭੰਨਤੋੜ ਤੇ ਇਹ ਬਾਹਰ ਭਾਰੀ ਪੁਲਿਸ ਬਲ ਦੀ ਤੈਨਾਤੀ, ਇਹ ਸਭ ਹੋਇਆ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ, ਜਿਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਨੌਜਵਾਨ ਦੀ ਲਾਸ਼ ਨੂੰ ਵੇਚ ਦਿੱਤਾ ਗਿਆ। ਉਹਨੇ ਬੰਦੇ ਨਹੀਂ ਜਿਹੜੀ ਪੁਲਿਸ ਲਾਤੀ, ਦੱਸੋ ਉਹਨਾਂ ਨੂੰ ਕੀ ਖਤਰਾ ਪੈਦਾ ਹੋ ਗਿਆ? ਅਜੇ ਉਹਨੇ ਗੋਲੀ ਮਾਰ ਲੱਗਾ ਸੀ, ਸਾਡੇ ਸਾਹਮਣੇ ਬੈਠ ਕੇ ਬੰਦੂ ਬੰਦ ਗੱਲ ਕਰਨ, ਸਾਨੂੰ ਦੱਸੋ ਸਾਡੀ ਡੈਡ ਬੋਡੀ ਕਿੱਥੇ ਆ? ਭੇਜਤੀ ਉਹਨੇ ਡੈਡ ਬੋਡੀ ਚੱਕ ਕੇ। ਦਰਅਸਲ 1 ਜਨਵਰੀ ਨੂੰ ਨੌਜਵਾਨ ਆਯੂਸ਼ ਸੂਦ ਦੀ ਮੌਤ ਹੋ ਗਈ ਸੀ, ਪਰ ਪਰਿਵਾਰ ਨੇ ਲਾਸ਼ ਮੰਗੀ ਤਾਂ ਲਾਸ਼ ਹਸਪਤਾਲ ਦੇ ਵਿੱਚ ਨਹੀਂ ਸੀ, ਜਿਸ ਤੋਂ ਬਾਅਦ ਪਰਿਵਾਰ ਦਾ ਗੁੱਸਾ 7ਵੇਂ ਅਸਮਾਨ ਦੇ ਉੱਤੇ ਪਹੁੰਚ ਗਿਆ। ਗੱਲਬਾਤ ਇਦਾਂ ਹੋਈ ਜੀ, ਉਹਨੇ ਜੀ ਬੜੀ ਅੱਜ ਸੰਸਕਾਰ ਕਰਨਾ ਸੀਗਾ, ਮੁੰਡੇ ਦੀਆਂ ਭੈਣਾਂ ਬਾਹਰੋਂ ਆਈਆਂ ਫੋਰਨ ਕੰਟਰੀ ਵਿੱਚੋਂ, ਉਹਨਾਂ ਨੇ ਮੂੰਹ ਦੇਖਣਾ ਸੀਗਾ, ਇੱਥੇ ਜਦੋਂ ਆਏ ਤਾਂ ਕਹਿੰਦੇ ਡੈਡ ਬੋਡੀ ਹੈ ਨਹੀਂ, ਕਹਿੰਦੇ ਕੋਈ ਲੈ ਗਿਆ। ਦੱਸੋ ਉਹਦੇ ਉੱਤੇ ਨਾਂ ਨਹੀਂ ਲਿਖਿਆ ਹੋਇਆ ਸੀਗਾ? ਉਧਰ ਪੁਲਿਸ ਨੇ ਲਾਸ਼ ਵੇਚਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਤੇ ਜਾਂਚ ਤੋਂ ਬਾਅਦ ਅਣਗਹਿਲੀ ਕਰਨ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਡੈਡ ਬੋਡੀਜ਼ ਮੋਰਚਰੀ ਦੇ ਵਿੱਚ ਇੰਟਰਚੇਂਜ ਹੋ ਗਈਆਂ ਨੇ, ਮੇਬੀ ਬਾਈ ਮਿਸਟੇਕ ਹੋ ਗਈਆਂ ਜਾਂ ਆਊਟ ਆਫ ਨੈਗਲੀਜੈਂਸ ਹੋ ਗਿਆ, ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ। ਉਹ ਜੋ ਬੋਡੀਜ਼ ਇੰਟਰਚੇਂਜ ਹੋਈਆਂ ਤਾਂ ਉਹਦੇ ਕਰਕੇ ਜੋ ਅਸਲੀ ਵਾਰਸ ਸੀ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੇ ਸਾਡੇ ਧਿਆਨ ਦੇ ਵਿੱਚ ਇਹ ਚੀਜ਼ਾਂ ਲਿਆਂਦੀਆਂ ਗਈਆਂ। ਦਾਅਵਾ ਕੀਤਾ ਗਿਆ ਹੈ ਕਿ ਨੌਜਵਾਨ ਦੀ ਲਾਸ਼ ਦੂਜੀ ਲਾਸ਼ ਦੇ ਨਾਲ ਬਦਲ ਗਈ ਸੀ ਤੇ ਕਿਸੇ ਹੋਰ ਪਰਿਵਾਰ ਨੇ ਨੌਜਵਾਨ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਖੈਰ ਲਾਸ਼ ਬਦਲ ਦਿੱਤੀ ਗਈ, ਇਹ ਇਲਜ਼ਾਮ ਲੱਗ ਰਹੇ ਨੇ, ਪਰ ਜਦੋਂ ਕਿਸੇ ਪਰਿਵਾਰ ਦੇ ਵਿੱਚੋਂ ਕੋਈ ਜੀ ਚਲਾ ਜਾਵੇ, ਯਾਨੀ ਕਿ ਉਸ ਦੀ ਮੌਤ ਹੋ ਜਾਵੇ ਤੇ ਪਰਿਵਾਰ ਉਸ ਨੂੰ ਆਖਰੀ ਵਿਦਾਈ ਵੀ ਨਾ ਦੇ ਸਕੇ, ਫਿਰ ਫਰਕ ਤਾਂ ਪੈਂਦਾ ਹੈ। ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਇਸੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਕਿ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਹੜਤਾਲ ਹੋ ਗਈ ਹੈ। ਲੁਧਿਆਣਾ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਹੜਤਾਲ ਇਸ ਪੂਰੇ ਮਾਮਲੇ ਦੇ ਵਿਚਾਲੇ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ ਦੇ ਵਿੱਚ ਕੰਮਕਾਜ ਠੱਪ ਹੋ ਗਿਆ ਇਸ ਹੜਤਾਲ ਦੀ ਵਜ੍ਹਾ ਦੇ ਨਾਲ। ਲਾਸ਼ ਬਦਲੇ ਜਾਣ ਦੇ ਉੱਤੇ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ, ਭੰਨਤੋੜ ਹੋਈ, ਪਰਿਵਾਰ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਹਸਪਤਾਲ ਮੁਲਾਜ਼ਮਾਂ ਦੇ ਉੱਤੇ ਲਾਸ਼ ਵੇਚਣ ਦੇ ਇਲਜ਼ਾਮ ਲਗਾ ਦਿੱਤੇ ਗਏ ਤੇ ਡਾਕਟਰਾਂ ਦੀ ਹੜਤਾਲ ਦੀ ਵਜ੍ਹਾ ਦੇ ਨਾਲ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੈਰ ਜੋ ਘਟਨਾਕ੍ਰਮ ਵਾਪਰਿਆ, ਕਿਉਂਕਿ ਕਾਨੂੰਨ ਤਾਂ ਹੱਥ ਦੇ ਵਿੱਚ ਕੋਈ ਨਹੀਂ ਲੈ ਸਕਦਾ ਕਿ ਜੇਕਰ ਕਿਸੇ ਦੀ ਲਾਪਰਵਾਹੀ ਹੈ ਜਾਂ ਜੋ ਲਾਸ਼ ਵੇਚਣ ਦੇ ਇਲਜ਼ਾਮ ਨੇ, ਇਹ ਲਾਸ਼ ਬਦਲੀ ਗਈ ਜਾਂ ਬਦਲ ਗਈ, ਇਹ ਸਾਰਾ ਜ਼ਰੂਰ ਮਾਮਲਾ ਤੁਸੀਂ ਕਹਿ ਸਕਦੇ ਹੋ ਕਿ ਜਾਂਚਯੋਗ ਹੈ, ਜਾਂਚ ਹੋਏਗੀ, ਕਾਨੂੰਨ ਦੇ ਮੁਤਾबिक ਕਾਰਵਾਈ ਹੋਏਗੀ। ਪਰ ਜਿਸ ਤਰੀਕੇ ਨਾਲ ਤੋੜ ਭੰਨ ਕੀਤੀ ਗਈ,
ਉਹ ਵੀ ਜ਼ਰੂਰ ਸਵਾਲਾਂ ਦੇ ਘੇਰੇ ਵਿੱਚ ਹੈ। ਖੈਰ ਇਸ ਸਭ ਦੇ ਵਿਚਾਲੇ ਡਾਕਟਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ। ਡਾਕਟਰ ਹੜਤਾਲ ਤੇ ਨਹੀਂ ਤਾਂ ਉਸ ਦਾ ਸਿੱਧਾ ਮਤਲਬ ਹੈ ਕਿ ਮਰੀਜ਼ ਪਰੇਸ਼ਾਨ, ਉਹਨਾਂ ਨੂੰ ਇਲਾਜ ਨਹੀਂ ਮਿਲੇਗਾ। ਪੰਜਾਬ ਦਾ ਵੱਡਾ ਸ਼ਹਿਰ ਲੁਧਿਆਣਾ, ਉੱਥੇ ਦਾ ਸਿਵਲ ਹਸਪਤਾਲ ਜਿੱਥੇ ਹਜ਼ਾਰਾਂ ਲੋਕ ਰੋਜ਼ਾਨਾ ਪਹੁੰਚਦੇ ਨੇ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਾਕਟਰਾਂ ਦੀ ਹੜਤਾਲ ਦੀ ਵਜ੍ਹਾ ਦੇ ਨਾਲ। स्ट्राइक कर दिया क्या? हम भी अब मीटिंग कर रहे हैं, उसके बाद जैसा होएगा फिर आपको हम इन्फॉर्म कर देंगे। अभी हम मीटिंग कर रहे हैं। नहीं, ये चीज़ जरूर है मैम कि कहीं ना कहीं स्टाफ में एक दहशत बनी हुई है, डर लगा बना हुआ है। हाँ, ये बात सही है, पर अभी हम मीटिंग करके वी विल रिसॉल्व, इसीलिए अब हम सारे इकट्ठे हुए हैं। ACP और जो SP SSP हैं वो भी हमारे साथ हैं। अभी हम रिजॉल्व करते हैं। अभी के लिए मैम सर्विस बंद है अभी के लिए। अभी के लिए बस एमरजेंसी हम क्लियर करवा रहे हैं। जब एमरजेंसी क्लियर हो जाएगी तो एमरजेंसी चलने लग जाएगी। क्योंकि मैम कई एम्बुलेंस आ रही हैं, वो वापस जा रही हैं। 108 एम्बुलेंस भी वापस चली गई हैं, मरीज था उनके पास। बस अभी हम अभी आपको अपडेट। ਖੈਰ ਹੜਤਾਲ ਹੋ ਜਾਵੇ, ਡਾਕਟਰ ਹੜਤਾਲ ਤੇ ਚਲੇ ਜਾਣ ਹਸਪਤਾਲ ਦੇ ਔਰ ਇਸ ਵਿਚਾਲੇ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਖਬਰ ਜਲੰਧਰ ਤੋਂ। ਜਲੰਧਰ ਦੇ ਮਲਸੀਆਂ ਇਲਾਕੇ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਝੜਪ ਹੋ ਗਈ ਤੇ ਇਸ ਦੌਰਾਨ ਜੰਮ ਕੇ ਗੋਲੀਬਾਰੀ ਹੋਈ ਤੇ ਦੋਵੇਂ ਧਿਰਾਂ ਪਹਿਲਾਂ ਹੋਏ ਇੱਕ ਝਗੜੇ ਦਾ ਰਾਜ਼ੀਨਾਮਾ ਕਰਨ ਦੇ ਲਈ ਇਕੱਠੀਆਂ ਹੋਈਆਂ ਸਨ, ਪਰ ਰਾਜ਼ੀਨਾਮਾ ਹੋਣ ਦੀ ਬਜਾਏ ਮੁੜ ਤੋਂ ਝਗੜਾ ਸ਼ੁਰੂ ਹੋ ਗਿਆ ਤੇ ਦੇਖਦੇ ਦੋਵੇਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਫਾਇਰ ਖੋਲ ਦਿੱਤਾ। ਇਸ ਦੌਰਾਨ ਦੋਵੇਂ ਧਿਰਾਂ ਦੇ 4 ਲੋਕ ਜ਼ਖਮੀ ਹੋ ਗਏ। ਫੈਸਲਾ ਕਰਨ ਗਏ ਅਸੀਂ 8 ਕੇ ਜਾਣੇ, ਇਹ ਮੋਹਰਿਓਂ ਭਾਜੀ ਸਾਨੂੰ 30-35 ਜਾਣੇ ਜਦੋਂ ਫੈਸਲਾ ਹੋ ਗਿਆ ਮੋਹਰਿਓਂ ਇੱਟਾਂ ਮਾਰਨ ਲੱਗ ਪਏ ਭਾਜੀ। ਜਦੋਂ ਅਸੀਂ ਆਪਣੇ ਬਚਾਅ 'ਚ ਭੱਜਣ ਲੱਗੇ ਤਾਂ ਇਹਨਾਂ ਨੇ ਫਾਇਰ ਮਾਰਤੇ ਭਾਜੀ, ਮੇਰੇ ਲੱਤ ਤੇ ਗੋਲੀ ਲੱਗ ਗਈ ਭਾਜੀ। ਫਾਇਰਿੰਗ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ। 12 ਖੋਲ ਬਰਾਮਦ ਕੀਤੇ ਗਏ ਨੇ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ ਦੀ ਹਾਲਤ ਨਾਜ਼ੁਕ ਹੈ। ਜੀ ਅਸੀਂ ਮੌਕੇ ਤੇ ਆਏ ਆ ਤੇ ਇੱਥੇ ਆ ਕੇ ਪਤਾ ਲੱਗਾ ਜੀ ਇੱਥੇ ਕੋਈ ਦੋ ਜਿਹੜੇ ਮੁੰਡਿਆਂ ਦੇ ਗਰੁੱਪ ਨੇ ਉਹਦੇ ਵਿੱਚ ਕੋਈ ਪੁਰਾਣੀ ਰੰਜਿਸ਼ ਦੀ ਕੋਈ ਇਹਨਾਂ ਦੀ ਸੀਗੀ ਲੜਾਈ ਹੋਈ, ਉਹਦੇ ਵਿੱਚ ਇਹ ਅੱਜ ਇਕੱਠੇ ਹੋਏ ਸੀ ਇੱਥੇ ਕੋਈ ਗੱਲਬਾਤ ਕਰਨ ਵਾਸਤੇ ਤੇ ਜਿਹਦੇ ਵਿੱਚ ਇਸ ਦੌਰਾਨ ਹੀ ਇੱਥੇ ਮਾਡਲ ਟਾਊਨ ਮਲਸੀਆਂ 'ਚ ਇਹਨਾਂ ਦਾ ਆਪਸ ਵਿੱਚ ਕਲੈਸ਼ ਹੋ ਗਿਆ ਔਰ ਉਹਦੇ ਵਿੱਚ ਗੋਲੀਬਾਰੀ ਜਿਹੜੀ ਹੋਈ ਇਹਨਾਂ ਦੀ, ਇਹਦੇ ਵਿੱਚ 4 ਬੰਦੇ ਜ਼ਖਮੀ ਹੋਏ ਨੇ। ਪੁਲਿਸ ਦੇ ਸਾਹਮਣੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਦੋਵੇਂ ਧਿਰਾਂ ਦੇ ਕੋਲ ਹਥਿਆਰ ਲਾਇਸੈਂਸੀ ਸੀ ਜਾਂ ਫਿਰ ਨਜਾਇਜ਼। ਫਿਲਹਾਲ ਪੁਲਿਸ ਟੀਮ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਤਾਂ ਜਲੰਧਰ ਦੇ ਮਲਸੀਆਂ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ। ਹੁਣ ਹਥਿਆਰ ਨਜਾਇਜ਼ ਸੀ ਜਾਂ ਫਿਰ ਲਾਇਸੈਂਸੀ, ਪੁਲਿਸ ਜਾਂਚ ਕਰ ਰਹੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਹੁਸ਼ਿਆਰਪੁਰ ਤੋਂ, ਜਿੱਥੇ ਘਰ ਦੇ ਵਿੱਚ ਪੈਟਰੋਲ ਬੰਬ ਸੁੱਟ ਦਿੱਤਾ ਗਿਆ ਤੇ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ। CCTV ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ। ਪਰਿਵਾਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ। ਜੀ ਹਾਂ, ਤਸਵੀਰ ਦੇਖੋ, ਕਿਉਂਕਿ ਰਾਤ ਦੇ ਸਮੇਂ ਹਮਲਾ ਹੋਇਆ। CCTV ਫੁਟੇਜ ਉਸ ਦੀ ਸਾਹਮਣੇ ਆਈ ਹੈ। ਘਰ ਦੇ ਬਾਹਰ ਤੋਂ ਪੈਟਰੋਲ ਬੰਬ ਅੰਦਰ ਸੱਟਿਆ ਗਿਆ। ਜਦੋਂ ਬੰਬ ਬਲਾਸਟ ਹੁੰਦਾ, ਪੈਟਰੋਲ ਬੰਬ ਸੀ, ਬਲਾਸਟ ਹੋਇਆ ਤਾਂ ਉੱਥੇ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਹਨੇਰਾ ਜਿਹਾ ਛਾ ਗਿਆ। ਔਰ ਰਾਤ ਕਰੀਬ 2 ਵਜੇ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ। 2 ਲੋਕਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲੇ ਦੀ CCTV ਫੁਟੇਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਘਰ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈ। ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਦੇ ਵਿੱਚ ਜੁਟੀ ਹੋਈ ਹੈ। ਤਾਂ ਘਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਆਖਿਰ ਕਿਉਂ ਇੱਥੇ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਪੈਟਰੋਲ ਬੰਬ ਅੰਦਰ ਸੁੱਟ ਦਿੱਤਾ ਗਿਆ, ਪੁਲਿਸ ਜਾਂਚ ਜ਼ਰੂਰ ਕਰ ਰਹੀ ਹੈ ਕਿ ਇਹ ਕਿਸੇ ਦੀ ਸ਼ਰਾਰਤ ਸੀ ਜਾਂ ਫਿਰ ਕੋਈ ਹੋਰ ਰੰਜਿਸ਼ ਕੱਢਣ ਦੀ ਕੋਸ਼ਿਸ਼ ਸੀ। ਕਿਉਂਕਿ ਪਰਿਵਾਰ ਇਹ ਵੀ ਕਹਿ ਰਿਹਾ ਕਿ ਸਾਨੂੰ ਕਿਸੇ ਦੇ ਉੱਤੇ ਸ਼ੱਕ ਨਹੀਂ। ਇਸ ਦਾ ਮਤਲਬ ਇੱਕ ਇਹ ਵੀ ਕੱਢਿਆ ਜਾ ਸਕਦਾ ਕਿ ਪਰਿਵਾਰ ਨੂੰ ਹੁਣ ਤੱਕ ਕੋਈ ਧਮਕੀ ਤਾਂ ਨਹੀਂ ਮਿਲੀ ਸੀ, ਕਿ ਜੇਕਰ ਕੋਈ ਧਮਕੀ ਵਾਲੀ ਗੱਲ ਹੁੰਦੀ ਤਾਂ ਲਾਜ਼ਮੀ ਤੌਰ ਤੇ ਪਰਿਵਾਰ ਦੇ ਵੱਲੋਂ ਇਸ ਦੀ ਵੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਾਂਦੀ ਕਿ ਸਾਨੂੰ ਕੋਈ ਧਮਕੀ ਮਿਲੀ ਸੀ ਜਾਂ ਕੋਈ ਰੰਗਦਾਰੀ ਦੀ ਮੰਗ ਹੋ ਰਹੀ ਸੀ। ਖੈਰ ਅਜੇ ਤੱਕ ਇਸ ਪੂਰੇ ਮਾਮਲੇ 'ਚ ਅਜਿਹਾ ਕੋਈ ਐਂਗਲ ਸਾਹਮਣੇ ਨਹੀਂ ਆਇਆ। ਪੈਟਰੋਲ ਬੰਬ ਦੇ ਨਾਲ ਹਮਲਾ ਹੋਇਆ ਔਰ ਉਸ ਦੀ ਵਜ੍ਹਾ ਦੇ ਨਾਲ ਉੱਥੇ ਅੱਗ ਵੀ ਲੱਗ ਗਈ। ਹਾਲਾਂਕਿ ਬਾਅਦ ਦੇ ਵਿੱਚ ਜ਼ਰੂਰ ਇਸ ਦੇ ਉੱਤੇ ਕਾਬੂ ਪਾ ਲਿਆ ਗਿਆ। ਸ਼ਾਇਦ ਕੋਈ ਨਾਰਮਲ ਚੀਜ਼ ਹੈਗੀ, ਕੁਝ ਹੋ ਗਿਆ ਹੋਣਾ, ਕੋਈ ਬਰਨ ਹੋ ਗਈ ਹੋਣੀ ਮਾੜੀ ਮੋਟੀ ਚੀਜ਼ ਨਾ, ਇਸ ਕਰਕੇ ਅਸੀਂ ਬਹੁਤਾ ਫੋਲੋ ਨਹੀਂ ਕੀਤਾ। ਫਿਰ ਕੁਛ ਦੇਰ ਬਾਅਦ ਜਿੱਦਾਂ ਇਹਨਾਂ ਨੂੰ ਆਪਾਂ ਇੱਧਰਲਾ ਉੱਧਰਲਾ ਸਮਾਨ ਇੱਧਰ ਉੱਧਰ ਨੂੰ ਕਰਕੇ ਤੇ ਜਿੱਦਾਂ ਬਾਅਦ 'ਚ ਦੇਖਿਆ ਨਾ ਸਾਨੂੰ ਬੋਤਲ ਨਾ ਇੱਕ ਟੁੱਟੀ ਹੋਈ ਦਿਖੀ, ਉਹਦੇ ਨਾਲ ਕੰਤਰ ਵਗੈਰਾ ਜਿੱਦਾਂ ਦਿਖੀਆਂ ਲੱਗੀਆਂ, ਤਾਂ ਫਿਰ ਸਾਨੂੰ ਥੋੜ੍ਹਾ ਜਿਹਾ ਡਾਊਟ ਜਿਹਾ ਹੋਇਆ ਵੀ ਇਹ ਇੱਦਾਂ ਹੋ ਨਹੀਂ ਸਕਦਾ। ਜੇ ਇੰਨਾ ਬਰਨ ਹੋ ਗਿਆ ਇਸ ਚੀਜ਼ ਨਾਲ, ਇੰਨਾ ਮਤਲਬ ਜਿਹੜਾ ਮਾਰਬਲ ਹੈ ਇਹ ਵੀ ਤੋੜ ਦਿੱਤਾ ਗਿਆ ਤੇ ਕੋਈ। ਫਿਰ ਅਸੀਂ ਜਿੱਦਾਂ ਘੋਖ ਕੀਤੀ, ਅਸੀਂ ਕੈਮਰੇ ਜਿੱਦਾਂ ਚੈੱਕ ਕੀਤੇ, ਫਿਰ ਅਸੀਂ ਕਾਫੀ ਦੇਰ ਜਿੱਦਾਂ ਕੈਮਰੇ ਜਿੱਦਾਂ ਚੈੱਕ ਕੀਤੇ, ਫਿਰ ਸਾਨੂੰ ਕੁਛ ਡਾਊਟ ਜਿਹਾ ਲੱਗਾ ਵੀ ਕੋਈ 2 ਬੰਦੇ ਆ ਜਿਹੜੇ ਉਹ ਘਰ ਦੇ ਕੋਲ ਘੁੰਮ ਰਹੇ ਆ ਤੇ ਕੁਛ ਦੇਰ ਬਾਅਦ ਉਹ ਆਏ ਆ, ਉਹਨਾਂ ਨੇ ਕਿਸੇ ਚੀਜ਼ ਨੂੰ ਅੱਗ ਲਾਈ ਆ ਤੇ ਲੱਗ ਲਾ ਕੇ ਸਿੱਟਿਆ, ਜਦ ਕਿ ਉਹਦੇ ਵਿੱਚ ਨਾ ਪੂਰਾ ਕਲੈਰਿਟੀ ਦਿਸਦੀ ਪਈ ਆ। ਉਹ ਅਸੀਂ ਫਿਰ ਇੱਥੇ ਮੌਕੇ ਤੇ ਆਏ ਸੀਗੇ ਜੀ। ਇਹਦੇ ਵਿੱਚ CCTV ਕੈਮਰੇ ਵੀ ਜਿਹੜੇ ਅਸੀਂ ਚੈੱਕ ਕੀਤੇ ਹੈਗੇ ਆ, ਉਹਦੇ ਵਿੱਚ 2 ਨੌਜਵਾਨ ਜਿਹੜੇ ਆਏ ਆ ਉਹ
ਘਰ ਦੇ ਬਾਹਰੋਂ ਬੋਤਲ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾ ਕੇ ਜਿਹੜੇ ਉਹਨਾਂ ਦੇ ਘਰ ਅੰਦਰ ਸਿੱਟੀ ਆ। ਉਹਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ। ਤੇ ਬਾਕੀ ਜਿਹੜੀ ਹੈਗੀ ਆ ਸਟੇਟਮੈਂਟ ਜੋ ਲਿਖਾਉਣਗੇ ਅਮਰਜੀਤ ਸਿੰਘ ਜੀ। ਤਾਂ ਪੁਲਿਸ ਜਾਂਚ ਕਰ ਰਹੀ ਹੈ। ਗੰਭੀਰ ਮਾਮਲਾ ਲਾਜ਼ਮੀ ਤੌਰ ਤੇ ਨਜ਼ਰ ਆਉਂਦਾ ਹੈ ਕਿ ਕਿਸੇ ਦੀ ਦੁਸ਼ਮਣੀ ਸੀ ਇਹਨਾਂ ਦੇ ਨਾਲ, ਕੋਈ ਪੁਰਾਣੀ ਰੰਜਿਸ਼ ਹੈ ਜਾਂ ਫਿਰ ਕਿਉਂ ਪੈਟਰੋਲ ਬੰਬ ਇਸ ਤਰੀਕੇ ਨਾਲ ਰਾਤ ਦੇ ਸਮੇਂ ਘਰ ਦੇ ਵਿੱਚ ਸੁੱਟਿਆ ਗਿਆ। ਅੱਗੇ ਵਧਦੇ ਹਾਂ ਖਬਰ ਦਿੱਲੀ ਤੋਂ। ਕੰਜਾਵਲਾ ਹਾਦਸੇ ਦੇ ਵਿੱਚ ਹੁਣ ਦਿੱਲੀ ਪੁਲਿਸ ਨੇ 2 ਵੱਡੇ ਹੋਰ ਖੁਲਾਸੇ ਕੀਤੇ। ਪਹਿਲਾ ਖੁਲਾਸਾ ਹੈ ਕਿ ਮੁਲਜ਼ਮ 5 ਨਹੀਂ ਬਲਕਿ 7 ਨੇ। 2 ਨਵੇਂ ਮੁਲਜ਼ਮ ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਦੀ ਇਸ ਕੇਸ 'ਚ ਐਂਟਰੀ ਹੋਈ ਹੈ। ਦੂਜਾ ਖੁਲਾਸਾ ਇਹ ਕਿ ਮੁਲਜ਼ਮਾਂ ਦਾ ਮ੍ਰਿਤਕ ਕੁੜੀ ਅੰਜਲੀ ਅਤੇ ਉਸ ਦੀ ਸਹੇਲੀ ਨਿਧੀ ਦੇ ਨਾਲ ਪੁਰਾਣਾ ਕਨੈਕਸ਼ਨ ਨਹੀਂ ਹੈ। 5 अक्यूज्ड हमारी कस्टडी में है। इसमें 2 लोग और इन्वॉल्व थे और उनके लिए पुलिस अभी रेड कर रही है। इन्वेस्टिगेशन अभी जारी है। ਜੋ ਨਵੇਂ ਨਾਮ ਸਾਹਮਣੇ ਆਏ ਉਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਦਾ ਭਰਾ ਅਮਿਤ ਹੈ ਜੋ ਗੱਡੀ ਚਲਾ ਰਿਹਾ ਸੀ। ਉਸ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ। ਉਸ ਨੂੰ ਬਚਾਉਣ ਦੇ ਲਈ ਹੀ ਦੀਪਕ ਦਾ ਨਾਮ ਅੱਗੇ ਕੀਤਾ ਗਿਆ। जो दीपक था वो उसने अपने आप को ड्राइवर बताया था, लेकिन इंटरोगेशन के दौरान हमें पता लगा है कि एक्चुअली जो गाड़ी थी वो अमित ड्राइव कर रहा था। 2 लोग जो जिन्होंने ये आइडेंटिटी किसी की कंसील करने की कोशिश की थी, ये ड्राइवर नहीं था अमित, उसके जो सहयोगी हैं उनको इस केस में एक्यूज बनाया गया है। ਮੁਲਜ਼ਮ ਤੋਂ ਪੁੱਛਗਿੱਛ ਅਤੇ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੂੰ ਵੀ ਪਤਾ ਸੀ ਕਿ ਕੁੜੀ ਕਾਰ ਦੇ ਹੇਠਾਂ ਫਸੀ ਹੋਈ ਹੈ। ਇਸ ਤੋਂ ਬਾਅਦ ਵੀ ਉਹ ਗੱਡੀ ਨੂੰ ਚਲਾਉਂਦੇ ਰਹੇ। ਖੈਰ ਜਦੋਂ ਪਤਾ ਹੋਵੇ ਕਿ ਕਾਰ ਦੇ ਵਿੱਚ ਕੋਈ ਚੀਜ਼ ਫਸੀ ਹੋਈ ਹੈ ਔਰ ਕੋਈ ਇਨਸਾਨ ਹੈ, ਫਿਰ ਵੀ ਗੱਡੀ ਨੂੰ ਦੌੜਾਉਂਦੇ ਰਹੇ ਇਹ ਮੁਲਜ਼ਮ ਔਰ ਕਰੀਬ 12-14 ਕਿਲੋਮੀਟਰ ਤੱਕ, ਲਾਜ਼ਮੀ ਤੌਰ ਤੇ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਹੈ। ਤਾਂ ਦਿੱਲੀ ਕੰਜਾਵਲਾ ਕੇਸ ਦੇ ਵਿੱਚ ਕੁਝ ਹੋਰ ਸੀਸੀਟੀਵੀ ਫੁਟੇਜ ਵੀ ਹੁਣ ਪੁਲਿਸ ਦੇ ਹੱਥ ਲੱਗੇ। ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਟਰਨਿੰਗ ਪੁਆਇੰਟ ਦੇ ਉੱਤੇ ਬਲੈਨੋ ਕਾਰ ਲੰਘਦੀ ਨਜ਼ਰ ਆਉਂਦੀ ਹੈ, ਜਿਸ ਦੇ ਪਿੱਛੇ ਪੁਲਿਸ ਪੀਸੀਆਰ ਵੈਨ ਵੀ ਲੰਘਦੀ ਹੈ। ਦੋਵਾਂ ਦੇ ਵਿਚਾਲੇ ਕਰੀਬ 40 ਸੈਕਿੰਡ ਦਾ ਫਰਕ ਸੀ, ਪਰ ਦੱਸਿਆ ਜਾ ਰਿਹਾ ਕਿ ਪੀਸੀਆਰ ਇਸੇ ਏਰੀਆ ਦੇ ਵਿੱਚ ਕਿਸੇ ਹੋਰ ਕਾਲ ਦੇ ਉੱਤੇ ਗਈ ਸੀ। ਦੂਜੀ ਸੀਸੀਟੀਵੀ ਫੁਟੇਜ ਦੇ ਵਿੱਚ ਮੁਲਜ਼ਮ ਅਤੇ ਉਹਨਾਂ ਦੀ ਕਾਰ ਸਾਫ਼ ਨਜ਼ਰ ਆਉਂਦੀ ਹੈ। ਮੁਲਜ਼ਮ ਕਾਰ ਤੋਂ ਉਤਰਦੇ ਦਿਖਾਈ ਦਿੰਦੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਘਟਨਾ ਤੋਂ ਬਾਅਦ ਦਾ ਹੈ। 31 ਦਸੰਬਰ ਦੀ ਰਾਤ ਨੂੰ 3 ਹੋਰ ਵੀਡੀਓ ਵੀ ਸਾਹਮਣੇ ਆਏ ਨੇ। ਬਾਕੀ ਦੇ 4 ਵੀਡੀਓ 2 ਅਤੇ 3 ਜਨਵਰੀ ਨੂੰ ਸਾਹਮਣੇ ਆਏ। ਅਜਿਹਾ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਵਾਰਦਾਤ ਰੂਟ ਦੇ 23 ਵੀਡੀਓ ਮਿਲੇ ਨੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਪੁਲਿਸ ਇਸ ਕੇਸ ਨੂੰ ਹੋਰ ਮਜ਼ਬੂਤ ਕਰਨ 'ਚ ਲੱਗੀ ਹੈ। जो विक्टिम है अंजलि है उसको जस्टिस मिल सके, तो हमारे लिए ये बहुत ज़रूरी है कि हम जो एविडेंस है वो कड़े से कड़ा एविडेंस, सख्त से सख्त एविडेंस इकट्ठा करें। तो अभी तक का इन्वेस्टिगेशन क्लियरली इंडिकेट करता है कि 304 के लिए फिट केस है। उसके लिए भी हमें बहुत स्ट्रॉन्ग एविडेंस इकट्ठे करने हैं और वो काफ़ी कुछ हमारे पास आ चुके हैं और काफ़ी एविडेंसेस और अब हम इकट्ठा करेंगे। ਹੁਣ ਤੱਕ ਦੀ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਕੰਜਾਵਲਾ ਕਾਂਡ ਦੇ ਵਿੱਚ ਅੰਜਲੀ ਨੂੰ 13 ਤੋਂ 14 ਕਿਲੋਮੀਟਰ ਤੱਕ ਕਾਰ ਦੇ ਨਾਲ ਘੜੀਸਿਆ ਗਿਆ। ਤਾਂ ਪੁਲਿਸ ਦੇ ਹੱਥ ਹੁਣ ਤੱਕ ਕਰੀਬ 23 ਵੀਡੀਓਜ਼ ਲੱਗ ਚੁੱਕੀਆਂ ਨੇ। ਪੁਲਿਸ ਇਹਨਾਂ ਵੀਡੀਓਜ਼ ਦੇ ਜ਼ਰੀਏ ਇਸ ਕੇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਅੱਗੇ ਵਧਦਿਆਂ ਤੇ ਖਬਰ ਹੈ ਖੰਨਾ ਤੋਂ। ਖੰਨਾ ਦੇ ਭਾਦਲਾ ਦੇ ਵਿੱਚ 3 ਫੈਕਟਰੀ ਮਾਲਕਾਂ ਨੂੰ ਕੁਝ ਬਦਮਾਸ਼ਾਂ ਨੇ ਜਾਨਲੇਵਾ ਉਹਨਾਂ ਦੇ ਉੱਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਤੇ ਹਮਲੇ ਦੇ ਇਲਜ਼ਾਮ ਲੱਗੇ ਫੈਕਟਰੀ ਨੂੰ ਠੇਕੇ ਤੇ ਲੈਣ ਵਾਲਿਆਂ ਦੇ ਉੱਤੇ। ਇਲਜ਼ਾਮ ਹੈ ਕਿ ਜਿਸ ਨੂੰ ਫੈਕਟਰੀ ਠੇਕੇ ਦੇ ਉੱਤੇ ਦਿੱਤੀ ਗਈ ਸੀ, ਨਾ ਉਹ ਬਿਜਲੀ ਦਾ ਬਿੱਲ ਭਰ ਰਹੇ ਨੇ ਅਤੇ ਨਾ ਹੀ ਕਿਰਾਇਆ ਦੇ ਰਹੇ ਨੇ, ਜਿਸ ਕਾਰਨ ਦੋਵੇਂ ਧਿਰਾਂ ਦੇ ਵਿੱਚ ਵਿਵਾਦ ਹੈ। 30-35 ਬੰਦੇ ਹੋਣੇ ਜਿਨ੍ਹਾਂ ਨੇ ਆਪਣੀ ਕਿਰਪਾਨਾਂ, ਕਰਚਾਂ ਜੀ, ਹਾਕੀਆਂ, ਬੇਸਵਾਲਾਂ ਆ ਕੇ ਸਾਡੇ ਤਿੰਨਾਂ ਨੂੰ ਪੈ ਗਏ ਜੀ ਕੁੱਟਣ। ਸਾਡੀ ਸਾਰੀ ਫੈਕਟਰੀ ਸਾਡੀ ਸ਼ੀਸ਼ੇ ਤੋੜਤੇ ਆ, ਜਿਹੜੀ ਕਿ ਇਹਨਾਂ ਨੂੰ ਲੀਜ਼ ਤੇ ਦਿੱਤੀ ਹੋਈ ਆ ਜੀ। ਤੇ ਫੈਕਟਰੀ ਮਾਲਕਾਂ ਨੇ ਜਦੋਂ ਲੀਡ ਹੋਲਡਰਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਹਿਸਾਬ ਕਰਨ ਬਹਾਨੇ ਉਹਨਾਂ ਨੂੰ ਫੈਕਟਰੀ 'ਚ ਸੱਦ ਲਿਆ ਤੇ ਹਮਲਾ ਬੋਲ ਦਿੱਤਾ, ਜਦਕਿ ਦੂਜੀ ਧਿਰ ਇਲਜ਼ਾਮਾਂ ਤੋਂ ਇਨਕਾਰ ਕਰ ਰਹੀ ਹੈ। ਇਹਨਾਂ ਨੇ ਕੱਲ ਧੱਕੇ ਨਾਲ ਸਾਡੇ ਗੇਟ ਦੇ ਬਾਹਰ ਕਰੇਨ ਰਖਾਤੀ, ਓਵਰਹੈਡ ਕਰੇਨ ਰਖਾਤੀ, ਬਦਮਾਸ਼ੀ ਕਰਕੇ ਕਿ ਨਾ ਤੁਹਾਡਾ ਕੋਈ ਮਾਲ ਅੰਦਰ ਜਾ ਸਕੇ ਨਾ ਕੋਈ ਆ ਸਕੇ। ਇਹ ਗੱਲ ਸੁਣੋ, ਜੇ 20-25 ਜਣੇ ਅਸੀਂ ਹੋਈਏ ਤਾਂ ਮੇਰੀ ਫਿੰਗਰ ਕਿਉਂ ਟੁੱਟਣ ਦੋ, ਸਾਡੇ ਸਿਰ ਤੇ ਸੱਟ ਲੱਗੀ ਆ, ਬ੍ਰਦਰ ਤੇ ਲੱਗੀ। ਦੋਵੇਂ ਧਿਰਾਂ ਜ਼ਖਮੀ ਹੋਣ ਦੀ ਗੱਲ ਕਹਿ ਰਹੀਆਂ ਨੇ ਤੇ ਹਸਪਤਾਲ 'ਚ ਭਰਤੀ ਨੇ। ਉਧਰ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਕਹਿ ਰਹੀ ਹੈ।
ਇੰਸਟਰਕਸ਼ਨਸ ਦਿੱਤੀਆਂ ਨੇ ਐਸਐਚਓ ਨੂੰ ਵੀ ਪਰਚਾ ਦਰਜ ਕਰਕੇ ਜਿਹੜੇ ਬੰਦੇ ਨੇ ਰਾਉਂਡ ਅਪ ਕਰੋ ਤੇ ਜੇ ਉਹਨਾਂ ਨੇ ਕੋਈ ਇਹੋ ਜਿਹਾ ਹੈਗਾ ਤੇ ਉਹਨੂੰ ਲੌਕ ਅਪ ਕਰਾ ਦਾਂਗੇ ਅਸੀਂ। ਮਤਲਬ ਕਿ ਜਿਹੜਾ ਵੀ ਇਨਸੀਡੈਂਟ ਹੋਇਆ ਉਹ 'ਤੇ ਪ੍ਰੋਪਰ ਕਾਰਵਾਈ ਹੋਊਗੀ। ਖੈਰ ਮਾਮਲੇ 'ਚ ਸੀਸੀਟੀਵੀ ਤਸਵੀਰਾਂ ਵੀ ਕਾਫੀ ਕੁਝ ਬਿਆਨ ਕਰ ਰਹੀਆਂ ਨੇ। ਹਮਲਾਵਰਾਂ ਨੇ ਮੂੰਹ ਬੰਨੇ ਹੋਏ ਨੇ, ਹੱਥਾਂ 'ਚ ਹਥਿਆਰ ਫੜੀ ਇੱਧਰ ਉੱਧਰ ਭੱਜਦੇ ਹੋਏ ਵੀ ਨਜ਼ਰ ਆ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਅਬੋਹਰ ਤੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਲੋਕ ਇੰਨੇ ਪਰੇਸ਼ਾਨ ਹੋ ਚੁੱਕੇ ਨੇ, ਲੁਟੇਰਿਆਂ ਦੇ ਖਿਲਾਫ ਧਰਨੇ ਦੇ ਉੱਤੇ ਹੀ ਬੈਠ ਗਏ ਤੇ ਸੜਕ ਤੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਇਹ ਲੋਕ ਅਬੋਹਰ ਦੇ ਸਬਜ਼ੀ ਵਿਕਰੇਤਾ ਨੇ ਜੋ ਬੇਖੌਫ ਘੁੰਮ ਰਹੇ ਲੁਟੇਰਿਆਂ ਤੋਂ ਇੰਨੇ ਪਰੇਸ਼ਾਨ ਹੋ ਗਏ ਨੇ ਕਿ ਸੜਕਾਂ ਤੇ ਆ ਕੇ ਲੁਟੇਰਿਆਂ ਦੇ ਖਿਲਾਫ ਉਹਨਾਂ ਨੇ ਧਰਨਾ ਲਗਾ ਦਿੱਤਾ। ਕੌਣ ਕਿੰਨੇ ਕੁ ਬੰਦੇ ਸੀਗੇ? ਉਹ 3 ਜਣੇ ਸੀਗੇ ਜੀ, ਅਸੀਂ 2 ਜਣੇ ਸੀ ਮੋਟਰਸਾਈਕਲ ਤੇ। ਤੇ ਪਹਿਲਾਂ ਮੈਨੂੰ ਰੋਕਿਆ, ਕਹਿੰਦਾ ਫਾਈਲ ਮਰੋਟ ਜਾਣਾ ਜੀ, ਕਹਿੰਦਾ ਕਿੱਧਰੋਂ ਜਾਈਏ। ਮੈਂ ਉਹਨਾਂ ਨੂੰ ਕਿਹਾ ਹੌਲੀ ਕਰਕੇ ਮੋਟਰਸਾਈਕਲ ਇੱਧਰੋਂ ਤੁਸੀਂ ਜਾਓ। ਉਹਨਾਂ ਨੇ ਫਿਰ ਕਿਰਪਾਨ ਕੱਢ ਲਈ ਤੇ ਮੈਨੂੰ ਕਿਹਾ ਰੇੜੀ ਰੋਕ। ਜਦੋਂ ਮੈਂ ਰੇੜੀ ਨਹੀਂ ਰੋਕੀ ਉਹਨਾਂ ਨੇ ਕਿਰਪਾਨ ਨਾ ਮਾਰੀ, 2-3 ਮੇਰੀ ਲੱਗੀ ਨਹੀਂ, ਮੋਟਰਸਾਈਕਲ ਤੇ ਕੋਈ ਇੰਡੀਕੇਟਰ ਦੋਨੇ ਟੁੱਟ ਗਏ। ਤੇ ਧਰਨੇ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਪਹੁੰਚਿਆ ਤੇ ਦੁਕਾਨਦਾਰਾਂ ਨੂੰ ਸਮਝਾ ਕੇ ਧਰਨਾ ਖਤਮ ਕਰਵਾਇਆ ਗਿਆ। ਹਾਲਾਂਕਿ ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਬਹਿਸਬਾਜ਼ੀ ਵੀ ਹੋਈ। ਚੋਰ ਦਿਨ ਦੇਖੋ ਦਿਨ ਪਹੁੰਚਦਾ ਹੁੰਦਾ, ਸਾਡਾ ਇੱਕ ਦਿਨ ਹੀ ਆ ਰਿਹਾ ਤਾਂ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਜਾਊ ਕਿ ਸਨੈਚਿੰਗ ਹੁੰਦੀ ਹੈ। ਸਰ ਅੱਜ ਕਿੰਨੀ ਚੋਰੀਆਂ ਦੀ ਘਟਨਾ ਹੋਈਆਂ ਸਰ? ਅੱਜ ਅਪਰੋਕਸੀਮੇਟਲੀ 4 ਤੋਂ 5 ਵਾਰਦਾਤਾਂ ਹੋਈਆਂ ਹੈਗੀਆਂ ਜੀ, ਜਿਹਦੇ 'ਚ 3 ਤਾਂ ਸਬਜ਼ੀ ਮੰਡੀ 'ਚ ਹੀ ਹੋਈਆਂ ਤੇ ਇੱਕ ਫੋਨ ਖੋਇਆ ਗਿਆ। ਠੀਕ। ਮਸਲਾ ਲੁਟੇਰਿਆਂ ਦੇ ਵੱਲੋਂ ਇੱਕ ਸਬਜ਼ੀ ਵੇਚਣ ਵਾਲੇ ਨੂੰ ਲੁੱਟਣ ਦਾ, ਜਿਸ ਦੇ ਰੋਸ ਦੇ ਵਜੋਂ ਦੁਕਾਨਦਾਰਾਂ ਨੇ ਅਨਾਜ ਮੰਡੀ ਦੇ ਗੇਟ ਨੰਬਰ 3 ਦੇ ਬਾਹਰ ਧਰਨਾ ਲਗਾਇਆ ਤੇ ਰੋਡ ਜਾਮ ਕਰਕੇ ਲੁਟੇਰਿਆਂ ਦੀ ਗ੍ਰਿਫਤਾਰੀ ਦੀ। ਖੈਰ ਲੁੱਟਾਂ ਖੋਹਾਂ ਤੋਂ ਤਾਂ ਲੋਕ ਖਾਸੇ ਪਰੇਸ਼ਾਨ ਨੇ, ਖਾਸ ਤੌਰ ਤੇ ਜਿਸ ਤਰੀਕੇ ਨਾਲ ਗਹਿਣੇ ਲੁੱਟ ਲਏ ਜਾਂਦੇ ਨੇ ਜਾਂ ਫਿਰ ਮੋਬਾਈਲ ਚੋਰੀ ਕੀਤੇ ਜਾਂਦੇ ਨੇ ਔਰ ਸੀਸੀਟੀਵੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ। ਅੱਗੇ ਤੁਹਾਨੂੰ ਥੋੜੀ ਦੇਰ ਦੇ ਵਿੱਚ ਦਿਖਾਵਾਂਗੇ ਫਰਕ ਤਾਂ ਪੈਂਦਾ ਦੇ ਵਿੱਚ ਇੱਕ ਸੜਕ ਜਿੱਥੇ ਲਗਾਤਾਰ ਹੋ ਰਹੇ ਨੇ ਹਾਦਸੇ। ਜੀ ਹਾਂ, ਇੱਕ ਤਸਵੀਰ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਈ, ਇੱਕ ਸੜਕ ਦੇ ਉੱਤੇ ਵਾਰ-ਵਾਰ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਪਲਟਦੀਆਂ ਰਹੀਆਂ ਔਰ ਇਹ ਸਿਲਸਿਲਾ ਤਕਰੀਬਨ ਪੂਰਾ ਦਿਨ ਚੱਲਦਾ ਰਿਹਾ। ਆਖਿਰ ਵਜ੍ਹਾ ਕੀ ਸੀ, ਕਿਉਂ ਇੱਥੇ ਗੱਡੀਆਂ ਪਲਟਦੀਆਂ ਰਹੀਆਂ, ਇਹ ਹਾਦਸੇ ਕਿਉਂ ਹੁੰਦੇ ਰਹੇ ਔਰ ਇਹ ਕਿੱਥੋਂ ਦੀ ਘਟਨਾ ਹੈ, ਕਿੱਥੇ ਦਾ ਇਹ ਹਾਈਵੇ ਜਾਂ ਸੜਕ ਨਜ਼ਰ ਆ ਰਹੀ ਹੈ, ਥੋੜੀ ਦੇਰ ਦੇ ਵਿੱਚ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਇਸ ਸਭ ਦੇ ਵਿਚਾਲੇ ਗੱਲ ਰੇਤੇ ਦੀ, ਬਜਰੀ ਦੀ। ਰੇਤ ਦੀ ਕਾਲਾਬਾਜ਼ਾਰੀ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਵਿੱਚ ਸਰਕਾਰੀ ਰੇਟਾਂ ਦੇ ਉੱਤੇ ਰੇਤ ਬਜਰੀ ਦੇ ਸਰਕਾਰੀ ਡੰਪ ਦੀ ਸ਼ੁਰੂਆਤ ਕੀਤੀ ਤੇ ਇਹ ਸਰਕਾਰੀ ਡੰਪ ਲੁਧਿਆਣਾ ਦੇ ਜਵੱਦੀ ਪੁਲ ਦੇ ਨੇੜੇ ਬਣਾਇਆ ਗਿਆ, ਜਿੱਥੇ ਪਹੁੰਚ ਕੇ ਆਮ ਲੋਕ ਸਰਕਾਰੀ ਰੇਟ ਤੇ ਰੇਤਾ ਬਜਰੀ ਖਰੀਦ ਸਕਦੇ ਨੇ। ਸਰਕਾਰ ਨੇ ਰੇਤੇ ਦੇ ਸਰਕਾਰੀ ਰੇਟ ਵੀ ਨਿਰਧਾਰਿਤ ਕੀਤੇ ਨੇ, ਜਿਨ੍ਹਾਂ ਦੇ ਵਿੱਚ ਰੇਤ ਦਾ ਰੇਟ 26 ਰੁਪਏ ਫੁੱਟ ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਲੋਕਾਂ ਨੂੰ ਬਜਰੀ 41 ਰੁਪਏ 50 ਪੈਸੇ ਪ੍ਰਤੀ ਕਿਊਬਿਕ ਫੁੱਟ ਮਿਲੇਗੀ। ਇਸ ਦੇ ਨਾਲ ਹੀ ਟਰਾਂਸਪੋਰਟੇਸ਼ਨ ਦਾ ਵੀ ਇੰਤਜ਼ਾਮ ਸਰਕਾਰ ਦੇ ਵੱਲੋਂ ਹੀ ਕੀਤਾ ਜਾਵੇਗਾ ਤੇ ਇਸ ਡੰਪ ਤੋਂ ਰੇਤਾ ਬਜਰੀ ਕਾਗਜ਼ ਚੈੱਕ ਕਰਨ ਤੋਂ ਬਾਅਦ ਹੀ ਸੇਲ ਕੀਤਾ ਜਾਵੇਗਾ। ਤੇ ਜੋ ਸਰਕਾਰੀ ਰੇਟ ਹੈਗੇ ਨੇ ਆਪਣੇ ਕੋਲੇ ਰੇਤਾ ਜੋ ਪਿੱਛੇ ਤੁਸੀਂ ਦੇਖ ਰਹੇ ਹੋ ਇਹ 26 ਰੁਪਏ ਪਰ ਕਿਊਬਿਕ ਫੁੱਟ ਅਸੀਂ ਵੇਚ ਰਹੇ ਹਾਂ, ਜੋ ਸਰਕਾਰੀ ਰੇਟ ਨਿਰਧਾਰਿਤ ਹੋਏ ਨੇ ਤੇ ਇਹ ਰੇਤਾ ਅਸੀਂ 16 ਰੁਪਏ ਫੁੱਟ ਵੀ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਬਜਰੀ ਵੀ ਹੈਗੀ ਹੈ। ਬਜਰੀ ਸਰਕਾਰੀ ਰੇਟ 41.5 ਰੁਪਏ ਕਿਊਬਿਕ ਫੁੱਟ ਫਿਕਸ ਹੋਇਆ ਹੋਇਆ ਹੈ। ਮਾਈਨਿੰਗ ਵਿਭਾਗ ਦੇ ਮੁਤਾਬਕ ਸਰਕਾਰੀ ਡੰਪ ਸ਼ੁਰੂ ਹੋਣ ਦੇ ਨਾਲ ਰੇਤ ਮਾਫੀਆ ਸਣੇ ਕਾਲਾ ਬਾਜ਼ਾਰੀ ਨੂੰ ਵੀ ਬ੍ਰੇਕ ਲੱਗੇਗੀ। ਲੁੱਟ ਖਸੁੱਟ ਤਾਂ ਹੁਣ ਮਾਰਕੀਟ 'ਚ ਲੋਕ ਹੀ ਬੈਟਰ ਦੱਸ ਸਕਦੇ ਆ, ਮਹਿਸੂਸ ਹੋ ਰਿਹਾ ਜੀ। ਨਹੀਂ ਉਹ ਅਸੀਂ ਖਾਸ ਧਿਆਨ ਰੱਖਦੇ ਹਾਂ ਜੀ, ਅਸੀਂ ਪਹਿਲਾਂ ਵੈਰੀਫਾਈ ਕਰਦੇ ਹਾਂ, ਉਹਨਾਂ ਤੋਂ ਐਡਰੈਸ ਪ੍ਰੋਪਰ ਪੁੱਛਦੇ ਹਾਂ। ਅਸੀਂ ਬਿਲਕੁਲ ਵੀ ਇੱਥੋਂ ਡਾਇਰੈਕਟ ਸਪਲਾਈ ਕਿਸੇ ਡੰਪ ਨੂੰ ਜਾਂ ਕਿਸੇ ਨੂੰ ਨਹੀਂ ਉੱਥੋਂ ਅਲਾਉਡ ਨਹੀਂ ਹੈਗੀ ਜੀ ਇੱਥੋਂ। ਮਾਈਨਿੰਗ ਮਾਫੀਆ ਹਮੇਸ਼ਾ ਹੀ ਪੰਜਾਬ ਦਾ ਵੱਡਾ ਮਸਲਾ ਰਿਹਾ ਹੈ। ਦੱਸਦੀ ਕਿ ਇਸ ਤੋਂ ਪਹਿਲਾਂ ਨਿਊ ਚੰਡੀਗੜ੍ਹ ਦੇ ਈਕੋ ਸਿਟੀ ਦੇ ਵਿੱਚ ਵੀ ਸਰਕਾਰੀ ਰੇਤ ਖਰੀਦ ਕੇਂਦਰ ਖੋਲ੍ਹਿਆ ਗਿਆ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖੰਨਾ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿੱਥੇ ਉਸਾਰੀ ਅਧੀਨ ਇੱਕ ਇਮਾਰਤ ਡਿੱਗਣ ਦੀ ਵਜ੍ਹਾ ਨਾਲ 1 ਦਰਜਨ ਲੋਕ ਮਲਬੇ ਹੇਠਾਂ ਦਬ ਗਏ ਤੇ ਬਿਲਡਿੰਗ ਦੇ ਵਿੱਚ ਮਜ਼ਦੂਰਾਂ ਦੇ ਵੱਲੋਂ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਸੀ ਕਿ ਅਚਾਨਕ ਬਿਲਡਿੰਗ ਦਾ ਇੱਕ ਹਿੱਸਾ ਮਜ਼ਦੂਰਾਂ ਤੇ ਆ ਡਿੱਗਿਆ, ਜਿਸ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 2 ਮਹਿਲਾਵਾਂ ਸਣੇ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ है। दीवार लगाने का काम चल रहा था, दीवार पटने और लगाने का काम। तो फिर क्या हुआ, वो अचानक 4:30 से 5 बजे के करीबन वो जी जैसे बंदे नीचे काम कर रहे थे वो ऊपर से गिर गया। उधर हादसे की सूचना मिलदे ही पुलिस ने जख्मियों ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ। ਕੈਜੂਅਲਟੀ ਹੋਈ ਹੈ ਮੁੰਨੀ ਕੁਮਾਰ ਦੀ ਤੇ 3 ਬੰਦੇ ਇੰਜਰਡ ਨੇ, ਜਿਹਦੇ ਚੋਂ 2 ਲੇਡੀਜ਼ ਨੇ।
ਤੇ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਸਪੋਰਟਰ ਸੀ ਉਹਨਾਂ ਨੂੰ ਦੱਸਤਾ ਵੀ ਜੋ ਕੋਈ ਹੈਲਪ ਚਾਹੀਦੀ ਹੈ ਸਾਨੂੰ ਦੱਸੋ। ਨਿਰਮਾਣ ਅਧੀਨ ਬਿਲਡਿੰਗ ਦੇ ਵਿੱਚ ਕਈ ਹੋਰ ਮਜ਼ਦੂਰ ਵੀ ਕੰਮ ਕਰ ਰਹੇ ਸੀ ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਜਦਕਿ ਕੰਧ ਦੇ ਬਿਲਕੁਲ ਨਾਲ ਕੰਮ ਕਰ ਰਹੇ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਉਧਰ ਲੁਧਿਆਣਾ ਦੇ ਸਾਹਨੇਵਾਲ ਨੇੜੇ ਇੱਕ ਲੋਹਾ ਫੈਕਟਰੀ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਰੀਬ 8 ਤੋਂ 10 ਮਜ਼ਦੂਰ ਲੋਹਾ ਗਰਮ ਕਰਨ ਵਾਲੀ ਭੱਠੀ ਦੇ ਉੱਤੇ ਕੰਮ ਕਰ ਰਹੇ ਸਨ ਕਿ ਅਚਾਨਕ ਗਰਮ ਹੋਇਆ ਲੋਹਾ ਹਵਾ 'ਚ ਉੱਡਿਆ ਤੇ ਪੂਰਾ ਕਮਰਾ ਧੂਏ ਦੇ ਨਾਲ ਭਰ ਗਿਆ। ਉੱਡਦਾ ਹੋਇਆ ਲੋਹਾ ਕਈ ਮਜ਼ਦੂਰਾਂ ਦੇ ਉੱਤੇ ਆ ਡਿੱਗਿਆ, ਜਿਸ ਕਾਰਨ 4 ਮਜ਼ਦੂਰ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਜਿਵੇਂ ਹੀ ਗਰਮ ਲੋਹਾ ਮਜ਼ਦੂਰਾਂ ਦੇ ਉੱਤੇ ਪਿਆ ਤਾਂ ਫੈਕਟਰੀ ਦੇ ਵਿੱਚ ਹਾਹਾਕਾਰ ਮਚ ਗਈ। ਮਜ਼ਦੂਰਾਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਤੇ ਜ਼ਖਮੀਆਂ ਨੂੰ ਬੇਹੱਦ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਤੇ ਲੋਹੇ ਦੀ ਲਪੇਟ ਦੇ ਵਿੱਚ ਆਏ 2 ਮਜ਼ਦੂਰ ਅਸ਼ੋਕ ਤੇ ਵਿਸ਼ਾਲ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਦੋਵੇਂ ਹੀ ਭੱਠੀ ਦੇ ਬਿਲਕੁਲ ਨੇੜੇ ਕੰਮ ਕਰ ਰਹੇ ਸੀ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਵੀ ਜਾਰੀ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਉਸ ਹਾਦਸੇ ਦੀ ਹੋਏਗੀ ਜਿਸ ਦੀਆਂ ਤਸਵੀਰਾਂ ਕੁਝ ਸਮਾਂ ਪਹਿਲਾਂ ਅਸੀਂ ਤੁਹਾਨੂੰ ਦਿਖਾਈਆਂ। ਇਹ ਹਾਦਸਾ ਹੋਇਆ ਏ ਸ਼ਿਮਲਾ ਹਾਈਵੇ ਦੇ ਉੱਤੇ, ਜਿਹਾਂ ਸੋਲਨ ਦੇ ਵਿੱਚ, ਜਿੱਥੇ ਕਰੀਬ 6-7 ਐਕਸੀਡੈਂਟ ਹੋਏ ਨੇ ਇੱਕ ਮੋੜ ਦੇ ਉੱਤੇ। ਰਿਪੋਰਟ। ਇਹ ਸਾਰੇ ਹਾਦਸੇ ਸੀਸੀਟੀਵੀ ਦੇ ਵਿੱਚ ਕੈਦ ਹੋਏ। ਸਵੇਰੇ 4 ਵਜੇ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਕਰੀਬ ਰਾਤ 9 ਵਜੇ ਤੱਕ ਚੱਲਦਾ ਰਿਹਾ। ਇੱਕ ਹੀ ਮੋੜ ਦੇ ਉੱਤੇ 6 ਦੇ 6 ਹਾਦਸੇ। ਪਹਿਲੇ ਹਾਦਸੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਮੋੜ ਕੱਟਦੇ ਹੀ ਡਿਵਾਈਡਰ ਦੇ ਉੱਤੇ ਪਲਟ ਗਈ। ਇਸ ਤੋਂ ਬਾਅਦ ਦੂਜੀ ਕਾਰ ਜੋ ਮੋੜ ਕੱਟਦੇ ਹੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੇ ਨਾਲ ਟਕਰਾ ਗਈ। ਫਿਰ ਦੇਖੋ ਤੀਜੀ ਕਾਰ ਵੀ ਮੋੜ ਦੇ ਉੱਤੇ ਆਉਂਦੀ ਹੈ। ਕਾਰ ਡਰਾਈਵਰ ਜਿਵੇਂ ਹੀ ਮੋੜ ਦੇ ਉੱਤੇ ਬ੍ਰੇਕ ਲਗਾਉਂਦਾ ਹੈ ਤੇ ਇਹ ਕਾਰ ਵੀ ਡਿਸਬੈਲੈਂਸ ਹੋ ਜਾਂਦੀ ਹੈ ਤੇ ਰੋਡ ਦੇ ਦੂਜੇ ਪਾਸੇ ਜਾ ਕੇ ਟਕਰਾਉਂਦੀ ਹੈ। ਇਸੇ ਕਾਰ ਦੇ ਪਿੱਛੇ ਹੀ ਕੁਝ ਸੈਕਿੰਡ ਤੋਂ ਬਾਅਦ ਇੱਕ ਹੋਰ ਗੱਡੀ ਆਉਂਦੀ ਹੈ। ਇਹ ਕਾਰ ਡਰਾਈਵਰ ਮੋੜ ਦੇ ਉੱਤੇ ਰਫ਼ਤਾਰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਇਹ ਵੀ ਆਪਣਾ ਕਾਬੂ ਕਾਰ ਤੋਂ ਖੋ ਦਿੰਦਾ ਹੈ ਅਤੇ ਕਾਰ ਨੂੰ ਰੋਡ ਤੋਂ ਸਾਈਡ ਦੇ ਵਿੱਚ ਰੋਕਣ 'ਚ ਫਿਰ ਵੀ ਕਾਮਯਾਬ ਰਹਿੰਦਾ ਹੈ। ਇਸ ਤੋਂ ਬਾਅਦ ਇੱਕ ਬਾਈਕ ਸਵਾਰ ਆਉਂਦਾ ਹੈ ਜੋ ਮੋੜ ਦੇ ਉੱਤੇ ਬ੍ਰੇਕ ਲਗਾਉਂਦੇ ਹੀ ਸਕਿਡ ਹੋ ਜਾਂਦਾ ਹੈ ਅਤੇ ਸੜਕ ਤੇ ਘਿਸੜਦਾ ਹੋਇਆ ਜਾਂਦਾ ਹੈ। ਆਖਿਰ ਦੇ ਵਿੱਚ ਇੱਕ ਹੋਰ ਗੱਡੀ ਆਉਂਦੀ ਹੈ ਜਿਸ ਦੀ ਸਪੀਡ ਥੋੜੀ ਜ਼ਿਆਦਾ ਨਜ਼ਰ ਆਈ। ਜਿਵੇਂ ਹੀ ਕਾਰ ਚਾਲਕ ਇੱਥੇ ਮੋੜ ਦੇ ਉੱਤੇ ਬ੍ਰੇਕ ਲਗਾਉਂਦਾ ਹੈ, ਇਹ ਕਾਰ ਵੀ ਪਲਟ ਜਾਂਦੀ ਹੈ ਅਤੇ ਡਿਵਾਈਡਰ ਨੂੰ ਪਾਰ ਕਰਦੇ ਦੂਜੇ ਵਾਲੇ ਪਾਸੇ ਪਹੁੰਚ ਜਾਂਦੀ ਹੈ। ਇਹ ਸਾਰੇ ਹਾਦਸੇ ਉਸ ਦੀ ਵਜ੍ਹਾ ਦੇ ਨਾਲ ਹੋਏ। ਦਰਅਸਲ ਇੱਥੇ ਸਵੇਰ ਦੇ ਸਮੇਂ ਟੈਂਪਰੇਚਰ ਇੰਨਾ ਘੱਟ ਸੀ ਕਿ ਇਹ ਤਰੇਲ ਜੰਮ ਗਈ, ਜਿਸ ਦੀ ਵਜ੍ਹਾ ਨਾਲ ਜਿਸ ਨੇ ਵੀ ਇਸ ਮੋੜ ਦੇ ਉੱਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਉਹ ਹਾਦਸੇ ਦਾ ਸ਼ਿਕਾਰ ਹੁੰਦਾ ਚਲਾ ਗਿਆ। ਤਾਂ ਰਫ਼ਤਾਰ ਵੀ ਇਸ ਦੇ ਵਿੱਚ ਵਜ੍ਹਾ ਜ਼ਰੂਰ ਸੀ, ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਤਰੇਲ ਜੰਮਦੀ ਗਈ ਤੇ ਉਹ ਹਾਦਸੇ ਦੀ ਵਜ੍ਹਾ ਬਣ ਗਈ। ਮਤਲਬ ਔਰ ਤਸਵੀਰ ਦੱਸਣ ਦੇ ਲਈ ਕਾਫੀ ਹੈ ਕਿ ਜੇਕਰ ਤੁਸੀਂ ਵੀ ਰੁਕ ਕਰ ਰਹੇ ਹੋ ਪਹਾੜੀ ਸੂਬਿਆਂ ਦਾ ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਤੇਜ਼ ਰਫ਼ਤਾਰ ਕਿਸੇ ਮੋੜ ਦੇ ਉੱਤੇ ਕੋਈ ਦਿੱਕਤ ਖੜੀ ਕਰ ਸਕਦੀ ਹੈ। ਔਰ ਇਸੇ ਤਰੀਕੇ ਨਾਲ ਜੇਕਰ ਤਰੇਲ ਡਿੱਗੀ ਹੋਵੇ ਤਾਂ ਫਿਰ ਗੱਡੀ ਦੀ ਸਪੀਡ ਘੱਟ ਕਰਨਾ, ਬ੍ਰੇਕ ਲਗਾਉਣਾ ਵੀ ਔਖਾ ਹੋ ਜਾਂਦਾ ਹੈ। ਖੈਰ ਜਦੋਂ ਤੇਜ਼ ਰਫ਼ਤਾਰ ਹੋਵੇ, ਗੱਡੀ ਤੇ ਕੰਟਰੋਲ ਨਾ ਰਹੇ ਤੇ ਹਾਦਸਾ ਵਾਪਰ ਜਾਵੇ, ਫਿਰ ਫਰਕ ਤਾਂ ਪੈਂਦਾ ਹੈ।